प्यारे पशु पालको। सो मैं डॉक्टर शहबाज सिंह ढींडसा पशु मादा रोग विभाग वैटनरी गायनेकोलॉजी ऑब्सटैट्रिक्स तो ਤੁਹਾਨੂੰ प्यार भरी सत श्री अकाल। ਅੱਜ ਆਪਾਂ ਸਾਰੇ ਗੱਲਬਾਤ ਕਰਾਂਗੇ ਕਿ ਜਿਹੜੇ ਸੂਣ ਵਾਲੇ ਪਸ਼ੂ ਨੇ ਉਹਨਾਂ ਦੀ ਆਪਾਂ ਚੰਗੀ ਤਰ੍ਹਾਂ ਦੇਖਭਾਲ ਕਿਵੇਂ ਕਰ ਲਈਏ। ਸੂਣ ਮੌਕੇ ਜਾਂ ਸੂਣ ਤੋਂ ਤੁਰੰਤ ਬਾਅਦ ਜਿਹੜੀਆਂ ਉਹਨਾਂ ਨੂੰ ਪਰੇਸ਼ਾਨੀਆਂ ਆ ਸਕਦੀਆਂ ਨੇ ਉਹਨਾਂ ਤੋਂ ਆਪਾਂ ਕਿਵੇਂ ਬਚਾਅ ਕਰ ਸਕਦੇ ਹਾਂ ਜਾਂ ਕਿਸ ਤਰ੍ਹਾਂ ਇਲਾਜ ਕਰ ਸਕਦੇ ਹਾਂ। ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜਾ ਡੇਅਰੀ ਦਾ ਧੰਦਾ ਹੈ, ਜੋ ਕਿੱਤਾ ਆਪਾਂ ਪਸ਼ੂ ਪਾਲਦੇ ਹਾਂ, ਇਹ ਦੋ ਗੱਲਾਂ 'ਤੇ ਹੀ ਨਿਰਭਰ ਕਰਦਾ ਹੈ। ਜਿਹੜਾ ਇਹਦੇ ਫਾਇਦੇ ਨੇ ਕਿ ਇੱਕ ਤਾਂ ਆਪਾਂ ਜ਼ਿਆਦਾ ਤੋਂ ਜ਼ਿਆਦਾ ਦੁੱਧ ਪੈਦਾ ਕਰੀਏ, ਦੂਸਰਾ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਕਟੜੂ ਵਛੜੂ ਜਾਂ ਕੱਟੀਆਂ ਬੱਚੀਆਂ ਪੈਦਾ ਕਰੀਏ। ਦੋਨੇ ਟੀਚੇ ਆਪਣੇ ਪੂਰੇ ਤਾਂ ਹੋ ਸਕਦੇ ਨੇ ਜੇ ਆਪਣਾ ਪਸ਼ੂ ਸਮੇਂ ਸਿਰ ਅਤੇ ਸਹੀ ਢੰਗ ਦੇ ਨਾਲ ਸੂੰਦਾ ਰਹੂਗਾ, ਸੂਆ ਦਿੰਦਾ ਰਹੂਗਾ। ਸੋ ਉਹ ਜੇ ਇੱਦਾਂ ਹੋਏਗਾ ਤਾਂ ਆਪਣਾ ਜਿਹੜਾ ਮੁਨਾਫਾ ਹੈਗਾ ਉਹ ਵੱਧਦਾ ਰਹੂਗਾ। ਸੋ ਇਸ ਕਰਕੇ ਜਿਹੜਾ ਵਿਸ਼ਾ ਹੈਗਾ ਆਪਦੇ ਆਪ 'ਚ ਬੜਾ ਹੀ ਮਹੱਤਵਪੂਰਨ ਬਣ ਜਾਂਦਾ ਕਿ ਆਪਾਂ ਸੂਣ ਵਾਲੇ ਪਸ਼ੂ ਦੀ ਸੁਚੱਜੀ ਸੰਭਾਲ ਕਿਸ ਤਰ੍ਹਾਂ ਕਰੀਏ, ਸੂਣ ਮੌਕੇ ਕਿਹੋ ਜਿਹੀ ਕਰੀਏ ਅਤੇ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ। ਕਿਸਾਨ ਵੀਰੋ, ਸਭ ਤੋਂ ਪਹਿਲਾਂ ਤਾਂ ਦੇਖੋ ਆਪਾਂ ਨੂੰ ਇਹੀ ਪਤਾ ਹੋਣਾ ਚਾਹੀਦਾ ਕਿ ਜਿਹੜਾ ਸੂਣ ਦੇ ਵੇਲੇ ਆਪਾਂ ਪਸ਼ੂ ਨੂੰ ਕਿੱਦਾਂ ਦੀਆਂ ਨਿਸ਼ਾਨੀਆਂ ਦਿਖਾਉਂਦਾ ਜੇ ਉਹਦੀ ਸਵਾਈ ਨੋਰਮਲ ਹੋ ਰਹੀ ਹੈ, ਸਧਾਰਨ ਹੋ ਰਹੀ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਕਿ ਜਿਹੜਾ ਸੂਣ ਵਾਲਾ ਪਸ਼ੂ ਹੈ, ਜਦੋਂ ਆਪਾਂ ਨੂੰ ਸੰਭਾਵਕ ਤਰੀਕ ਤੋਂ ਪਤਾ ਲੱਗ ਗਿਆ ਕਿ ਇਹ ਹੁਣ 20-21 ਦਿਨਾਂ ਨੂੰ ਜਾਂ 25 ਦਿਨਾਂ ਨੂੰ ਇਹਨੇ ਸੂਹ ਪੈਣਾ, ਤਾਂ ਆਪਾਂ ਉਹਨੂੰ ਬਾਕੀ ਪਸ਼ੂਆਂ ਤੋਂ ਥੋੜ੍ਹਾ ਜਿਹਾ ਅਲੱਗ ਕਰ ਦਈਏ। ਸੋ ਉਹਦਾ ਜਿਹੜਾ ਕਮਰਾ ਆਪਾਂ ਬਣਾ ਸਕਦੇ ਹਾਂ, ਸਾਫ਼ ਸੁਥਰਾ ਕਮਰਾ ਲੈ ਲਓ, ਕੋਈ ਨੁੱਕਰ ਵਗੈਰਾ ਕਿੱਲ ਵਗੈਰਾ ਨਾ ਹੋਵੇ ਉਹਦੇ ਵਿੱਚ, ਅਤੇ ਤਿਲਕਣ ਵਾਲਾ ਕੋਈ ਫਰਸ਼ ਨਾ ਹੋਵੇ ਤਾਂ ਕਿ ਸੱਟ ਵੇਟ ਨਾ ਲੱਗੇ। ਤਾਂ ਆਪਾਂ ਫਰਸ਼ ਦੇ ਉੱਤੇ ਪਰਾਲੀ ਵੀ ਵਿਛਾ ਸਕਦੇ ਹਾਂ। ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਕਈ ਕਿਸਮ ਦੇ ਜਿਹੜੇ ਮੈਟ ਹੈਗੇ ਨੇ ਉਹ ਵੀ ਮਿਲਦੇ ਨੇ, ਉਹ ਵੀ ਥੱਲੇ ਵਿਛਾਏ ਜਾ ਸਕਦੇ ਨੇ। ਸੋ ਉਸ ਤੋਂ ਬਾਅਦ ਹੈਗਾ ਕਿ ਆਪਾਂ ਉਹਦੀ ਜੇ ਆਪਾਂ ਉਹਨੂੰ ਕੁਛ ਦਵਾਈਆਂ ਆਉਂਦੀਆਂ ਨੇ, ਕਈ ਕਿਸਮ ਦੇ ਟੀਕੇ ਆਉਂਦੇ ਨੇ ਜਿਹੜੇ 20-21 ਦਿਨਾਂ ਪਹਿਲਾਂ ਆਪਾਂ ਉਹਨੂੰ ਦੇਣਾ ਸ਼ੁਰੂ ਕਰ ਦਈਏ ਤਾਂ ਕਈ ਕਿਸਮ ਦੀਆਂ ਪਰੇਸ਼ਾਨੀਆਂ ਜਿਹੜੀਆਂ ਕਿ ਪਸ਼ੂਆਂ ਨੂੰ ਆ ਸਕਦੀਆਂ। ਮਤਲਬ ਸੂਣ ਤੇ ਵੇਲੇ ਜਿਹੜੀ ਸਵਾਈ ਹੈ ਕਈ ਵਾਰੀ ਉਹਨਾਂ ਕਾਰਨਾਂ ਕਰਕੇ ਹੁੰਦੀ ਹੈ, ਜਿਵੇਂ ਕਿਸੇ ਚੀਜ਼ ਦੀ ਘਾਟ ਹੋਵੇ, ਕਿਸੇ ਤੱਤ ਦੀ ਘਾਟ ਹੋਵੇ, ਤਾਂ ਉਹ ਜਿਹੜੀਆਂ ਆਪਾਂ ਉਹਨਾਂ ਦੀ ਪੂਰਤੀ ਆਪਾਂ ਕਰ ਸਕਦੇ ਹਾਂ। ਉਹ ਪੂਰਤੀ ਲਈ ਕਈ ਕਿਸਮ ਦੇ ਦਵਾਈਆਂ ਵਗੈਰਾ ਹੈਗੀਆਂ ਨੇ ਜਿਹੜੀਆਂ ਤੁਸੀਂ ਡਾਕਟਰ ਦੀ ਸਲਾਹ ਦੇ ਮੁਤਾਬਕ ਦਿੱਤੀਆਂ ਜਾ ਸਕਦੇ ਨੇ। ਜਿਵੇਂ ਮੈਂ ਕੁਛ ਦੱਸ ਦਿੰਦਾ, ਜਿਵੇਂ ਵਿਟਾਮਿਨ ਈ ਹੈ, ਸਲੀਨੀਅਮ ਹੈ, ਕੈਲਸ਼ੀਅਮ ਤੱਤ ਹੈ, ਇਹਨਾਂ ਦੀਆਂ ਪ੍ਰੋਬਲਮਾਂ ਕਾਫੀ ਜਿਹੜੀ ਹੈਗੀ ਹੈ ਇਹਦੀ ਥੋੜ੍ਹ ਰਹਿੰਦੀ ਹੈ ਪਸ਼ੂ ਦੇ ਵਿੱਚ। ਸੋ ਬਾਕੀ ਅਗਲੀ ਗੱਲ ਇਹ ਹੈ ਕਿ ਆਪਾਂ ਨੂੰ ਘੱਟੋ ਘੱਟ ਇਹ ਪਤਾ ਹੋਵੇ ਕਿ ਜਿਹੜਾ ਆਪਣਾ ਪਸ਼ੂ ਸੂਣ ਵਾਲਾ ਉਹ ਕਿਹੋ ਜਿਹੀਆਂ ਨਿਸ਼ਾਨੀਆਂ ਦਿਖਾਉਂਦਾ। ਕਈ ਵਾਰੀ ਆਪਾਂ ਨੂੰ ਇਹੀ ਘੱਟ ਪਤਾ ਹੁੰਦਾ ਕਿ ਹੁਣ ਪਸ਼ੂ ਦਾ ਸਹੀ ਸਮਾਂ ਸੂਣ ਦਾ ਆ ਗਿਆ ਜਾਂ ਨਹੀਂ ਆ ਗਿਆ। ਸੋ ਉਹ ਵੀ ਥੋੜ੍ਹਾ ਜਿਹਾ ਆਪਾਂ ਦੱਸ ਦਿੰਦੇ ਹਾਂ ਵੀ ਆਪਾਂ ਦੇਖੋ, ਆਪਾਂ ਨੂੰ ਪਤਾ ਹੈ ਕਿ ਜਦੋਂ ਪਸ਼ੂ ਨੇ ਸੂਣ ਦੇ ਨੇੜੇ ਆ ਜਾਣਾ ਤਾਂ ਉਹਨੇ ਸਰੀਰ ਦੇ ਵਿੱਚ ਕੁਝ ਤਬਦੀਲੀਆਂ ਹੋਣੀਆਂ ਨੇ। ਉਹ ਤਬਦੀਲੀਆਂ ਕਿਹੜੇ-ਕਿਹੜੇ ਅੰਗਾਂ 'ਚ ਹੋਣੀਆਂ ਨੇ? ਇੱਕ ਤਾਂ ਉਹਦੇ ਥਣਾਂ 'ਚ ਹੋਣੀ ਹੈ, ਚੱਡੇ 'ਚ ਕਹਿ ਲਈਏ ਆਪਾਂ, ਜਿਸ ਦਾ ਕਿ ਆਕਾਰ ਬਹੁਤ ਜ਼ਿਆਦਾ ਵੱਡਾ ਵੱਧ ਜਾਂਦਾ। ਜਿਹੜੇ ਵੱਡੇ ਪਸ਼ੂ ਨੇ ਜਿਨ੍ਹਾਂ ਨੇ ਪਹਿਲਾਂ ਸੂਏ ਦਿੱਤੇ ਹੋਏ ਨੇ ਉਹਨਾਂ ਦਾ ਤਾਂ ਕਹਿ ਲਓ ਕਿ ਗਰਭ ਕਾਲ ਦੇ ਅੱਧ ਤੋਂ ਮੱਧ ਗਰਭ ਕਾਲ ਤੋਂ ਹੀ ਆਪਾਂ ਕਹਿ ਲਈਏ ਕਿ ਵਧਣਾ ਸ਼ੁਰੂ ਹੋ ਜਾਂਦਾ ਉਹਦਾ ਚੱਡਾ। ਪਰ ਜਿਹੜੀਆਂ ਵੈੜਾਂ ਜਾਂ ਝੋਟੀਆਂ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਸੂਣਾ, ਕਈ ਵਾਰੀ ਅਖੀਰਲੇ 1-2 ਮਹੀਨਿਆਂ ਦੇ ਵਿੱਚ ਉਹਨਾਂ ਦਾ ਚੱਡਾ ਵੱਧਦਾ। ਸੋ ਪਹਿਲੀ ਨਿਸ਼ਾਨੀ ਆਪਾਂ ਨੂੰ ਇਹੀ ਪਤਾ ਲੱਗ ਜਾਂਦੀ ਹੈ ਕਿ ਇਹ ਸੂਣ ਦੇ ਨੇੜੇ ਪਹੁੰਚ ਰਿਹਾ। ਦੂਸਰਾ ਜਿਹੜਾ ਅੰਗ ਹੈਗਾ ਉਹ ਹੈਗੀ ਉਹਦੀ ਸੂਹ, ਜਿਹੜੀ ਪਿਸ਼ਾਬ ਵਾਲੀ ਜਗ੍ਹਾ ਉਹ ਸੁੱਜ ਜਾਂਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਉਹ ਨੋਰਮਲ ਜੋ ਉਹਦਾ ਸਾਈਜ਼ ਹੈ ਉਹ ਤੋਂ 2 ਤੋਂ ਕਹਿ ਲਓ ਕਿ 6 ਗੁਣਾ ਵੱਡਾ ਹੋ ਜਾਂਦਾ। ਸੋ ਤੀਜਾ ਹੈ ਕਿ ਉਹ ਪਸ਼ੂ ਜਿਹੜਾ ਹੈਗਾ ਪੁੜੇ ਤੋੜ ਲੈਂਦਾ। ਪੁੜੇ ਤੋੜਨ ਦਾ ਮਤਲਬ ਹੈ ਕਿ ਉਹਦੀ ਪੂੰਛ ਦੇ ਆਲੇ ਦੁਆਲੇ ਡੂੰਘੇ ਟੋਏ ਪੈ ਸਕਦੇ ਨੇ, ਅਤੇ ਉਹ ਜਦੋਂ ਟੋਏ ਪੈ ਜਾਣ, ਥਣਾਂ ਦੇ ਵਿੱਚ ਦੁੱਧ ਉਤਰਿਆ ਹੋਵੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਪਸ਼ੂ 2 ਜਾਂ ਵੱਧ ਤੋਂ ਵੱਧ 3 ਦਿਨਾਂ ਦੇ ਵਿੱਚ ਸੂ ਪੂਗਾ। ਉਦੋਂ ਉਹਦੀ ਨਿਗਰਾਨੀ ਕਰਨੀ ਬਹੁਤ ਜ਼ਰੂਰੀ ਹੈ। ਸੋ ਉਸ ਤੋਂ ਬਾਅਦ ਸਾਨੂੰ ਘੱਟੋ ਘੱਟ ਇਹ ਪਤਾ ਹੋਵੇ ਕਿ ਜਦੋਂ ਸੂਣ ਦੀ ਜਿਹੜੀ ਸਥਿਤੀ ਹੈ, ਜਿਹੜੀ ਸਟੇਜ ਆਉਣੀ ਹੈ, ਜਿਹਨੂੰ ਆਪਾਂ ਪਾਰਚੂਰੇਸ਼ਨ ਕਹਿੰਦੇ ਹਾਂ, ਉਹਦੇ ਕਿੰਨੀਆਂ ਕੁ ਸਥਿਤੀਆਂ ਹੁੰਦੀਆਂ, ਕਿੰਨੇ ਕੁ ਪੜਾਅ ਹੁੰਦੇ ਨੇ। ਸੋ ਮੋਟੇ ਤੌਰ 'ਤੇ 3 ਪੜਾਅ ਨੇ ਇਹਦੇ। ਪਹਿਲੇ ਪੜਾਅ ਦੇ ਵਿੱਚ ਤਾਂ ਦੇਖੋ ਬੱਚੇਦਾਨੀ ਨੇ ਸੁੰਗੜਨਾ ਸ਼ੁਰੂ ਕਰਨਾ। ਬੱਚੇਦਾਨੀ ਸੁੰਗੜੂਗੀ, ਉੱਠੂ ਬੈਠੂਗਾ ਪਸ਼ੂ, ਅਤੇ ਜਿਹੜਾ ਹੈਗਾ ਬੱਚਾ ਇੱਕ ਆਪਣੇ ਖਾਸ ਆਸਣ ਦੇ ਵਿੱਚ ਆ ਜਾਊਗਾ, ਜਿਹੜਾ ਕਿ ਆਸਣ ਆਪਾਂ ਕਹਿ ਲਈਏ ਕਿ ਉਹਦੀਆਂ ਮੂਹਰਲੀਆਂ ਲੱਤਾਂ ਅੱਗੇ ਨੂੰ ਹੋਣਗੀਆਂ, ਬਾਹਰ ਨੂੰ ਆਉਣਗੀਆਂ, ਅਤੇ ਉਹਦੇ ਗੋਡਿਆਂ ਦੇ ਉੱਤੇ ਉਹਦਾ ਸਿਰ ਰੱਖਿਆ ਹੋਊਗਾ ਜਾਂ ਉਹਦਾ ਮੂੰਹ ਰੱਖਿਆ ਹੋਊਗਾ। ਇਹ ਉਹਦੀ ਨਾਰਮਲ ਸਥਿਤੀ ਹੁੰਦੀ ਹੈ। ਸੋ ਇਹ ਅਖਤਿਆਰ ਉਹ ਕਰ ਲੈਂਦਾ ਪਹਿਲੀ ਸਟੇਜ ਦੇ ਵਿੱਚ। ਪਰ ਜਿਹੜਾ ਦੂਜਾ ਪੜਾਅ ਹੈ, ਉਦੋਂ ਦੂਜੇ ਪੜਾਅ ਦੇ ਵਿੱਚ ਉਹਦਾ ਜਨਮ ਹੁੰਦਾ ਕਟੜੂ ਜਾਂ ਵਛੜੂ ਦਾ। ਸੋ ਉਹ ਜਨਮ ਹੋਣ ਤੋਂ ਪਹਿਲਾਂ ਕੀ ਹੁੰਦਾ, ਉਹ ਮਟਿਆਂਡੀ ਆਉਂਦੀ ਹੈ ਜਿਹਨੂੰ ਅਸੀਂ ਪਾਣੀ ਦੀ ਥੈਲੀ ਕਹਿੰਦੇ ਹਾਂ। ਸੋ ਇੱਥੇ ਮੈਂ ਪਸ਼ੂ ਪਾਲਕਾਂ ਨੂੰ ਕਹੂੰਗਾ ਕਿ ਆਪਾਂ ਨੂੰ ਪਤਾ ਲੱਗ ਜਾਂਦਾ, ਕਿਉਂਕਿ ਮਟਿਆਂਡੀ ਆਉਂਦੀ ਹੈ, ਪਾਣੀ ਦੀ ਥੈਲੀ ਫੁੱਟਦੀ ਹੈ, ਕਿ ਸਾਨੂੰ ਪਤਾ ਕਿ ਹੁਣ ਪਸ਼ੂ ਨੇ ਸੂਣਾ।
ਉਦੋਂ ਤੁਸੀਂ ਜ਼ਰੂਰ ਟਾਈਮ ਨੋਟ ਕਰੋ ਤੇ ਧਿਆਨ ਰੱਖੋ, ਕਿਉਂਕਿ ਇਹ ਮਟਿਆਂਡੀ ਆਉਣ ਤੋਂ 2 ਘੰਟੇ ਦੇ ਵਿੱਚ ਆਪਣਾ ਜਿਹੜਾ ਕਟੜੂ ਵਛੜੂ ਆ ਉਹ ਬੱਚੇਦਾਨੀ ਚੋਂ ਬਾਹਰ ਆ ਜਾਣਾ ਚਾਹੀਦਾ। ਜੇ ਆਪਣਾ ਪਸ਼ੂ 2 ਘੰਟਿਆਂ ਤੋਂ ਵੱਧ ਸਮਾਂ ਲੈ ਰਿਹਾ ਸੂਣ ਦੇ ਵਿੱਚ ਤਾਂ ਕਿਸੇ ਮਾਹਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਹੋ ਸਕਦਾ ਕਿ ਉਹ ਆਪਣੀ ਨਾਰਮਲ ਸਥਿਤੀ ਦੇ ਵਿੱਚ ਨਾ ਆਇਆ ਹੋਵੇ ਕਟੜੂ, ਉਸ ਦੀ ਕੋਈ ਲੱਤ ਵਗੈਰਾ ਜਾਂ ਸਿਰ ਵਗੈਰਾ ਮੁੜਿਆ ਹੋਵੇ ਜਿਸ ਦੇ ਨਾਲ ਕੋਈ ਪਰੇਸ਼ਾਨੀ ਆ ਸਕਦੀ ਹੈ। ਸੋ ਇਹ ਚੀਜ਼ਾਂ ਤੁਸੀਂ ਧਿਆਨ ਵਿੱਚ ਰੱਖੋ। ਤੇ ਬਾਕੀ ਜਿਹੜੀ ਹੈਗੀ ਹੈ ਜੇਰ ਦਾ ਪੈਣਾ, ਉਸ ਤੋਂ ਬਾਅਦ ਦੇਖੋ ਤੀਸਰੀ ਜਿਹੜਾ ਪੜਾਅ ਦੀ ਆਪਾਂ ਗੱਲ ਕਰਦੇ ਸੀ 3 ਪੜਾਵਾਂ ਦੀ, ਅਖੀਰਲਾ ਤੀਜਾ ਪੜਾਅ ਹੈ ਕਿ ਜੇਰ ਦਾ ਸੁੱਟਣਾ। ਪਸ਼ੂ ਜਿਹੜਾ ਜੇਰ ਸਿੱਟਦਾ ਹੈ ਉਹ ਆਮ ਤੌਰ ਤੇ ਜੇ ਨਾਰਮਲ ਪਸ਼ੂ ਹੈ ਜਿਹੜਾ ਉਹ 6 ਤੋਂ 8 ਘੰਟੇ ਦੇ ਵਿੱਚ ਜੇਰ ਬਾਹਰ ਕੱਢ ਦਿੰਦਾ ਹੈ। ਪਰ ਜੇ ਜਿਹੜੀ ਜੇਰ ਹੈਗੀ ਹੈ ਇਹ 12 ਘੰਟੇ ਤੱਕ ਵੀ ਨਹੀਂ ਪੈਂਦੀ, ਫਿਰ ਆਪਾਂ ਕਿਸੇ ਮਾਹਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਤੇ ਤਾਂ ਕਿ ਉਹਦਾ ਸਹੀ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ। ਕਿਉਂਕਿ ਜੇ ਜੇਰ ਅੰਦਰ ਰਹਿ ਗਈ, ਥੋੜ੍ਹਾ ਜਿਹਾ ਉਹਦਾ ਹਿੱਸਾ ਵੀ ਅੰਦਰ ਰਹਿ ਗਿਆ ਤਾਂ ਉਹਨੇ ਬੱਚੇਦਾਨੀ ਨੂੰ ਖਰਾਬ ਕਰ ਦੇਣਾ, ਇਨਫੈਕਸ਼ਨ ਹੋ ਜਾਣੀ ਹੈ ਤੇ ਆਪਣਾ ਜਿਹੜਾ ਪਸ਼ੂ ਹੈ ਉਹ ਦੇਰ ਨਾਲ ਹੀਟ ਦੇ ਵਿੱਚ ਆਵੇਗਾ ਸੂਣ ਉਪਰੰਤ ਤੇ ਘੱਟ ਦੁੱਧ ਦੇਵੇਗਾ, ਬੁਖਾਰ ਵਗੈਰਾ ਹੋ ਸਕਦਾ ਤੇ ਇਨਫੈਕਸ਼ਨ ਬਣ ਜੂਗੀ, ਸੋ ਆਪਣਾ ਘਾਟਾ ਹੋ ਜਾਊਗਾ। ਸੋ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ। ਹੁਣ ਆਪਾਂ ਮੋਟੇ ਤੌਰ ਤੇ ਇਹ ਦੇਖ ਲੈਂਦੇ ਹਾਂ ਵੀ ਕਿਹੜੀਆਂ ਪਰੇਸ਼ਾਨੀਆਂ ਸੂਣ ਮੌਕੇ ਆ ਸਕਦੀਆਂ ਪਸ਼ੂ ਨੂੰ। ਦੇਖੋ ਪਹਿਲੀ ਤਾਂ ਇਹੀ ਹੈ ਕਿ ਔਖੀ ਸਵਾਈ। ਹੁਣ ਔਖੀ ਸਵਾਈ ਦਾ ਮਤਲਬ ਹੈ ਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਬੱਚਾ ਆਪਣੀ ਸਥਿਤੀ ਦੇ ਵਿੱਚ ਨਹੀਂ ਹੈ ਨਾਰਮਲ ਦੇ ਵਿੱਚ, ਕੋਈ ਉਹਦੀ ਲੱਤ ਟੇਢੀ ਹੋ ਗਈ ਹੈ ਜਾਂ ਪੁੱਠਾ ਹੋ ਗਿਆ ਹੈ, ਸਿਰ ਮੁੜਿਆ ਹੋਇਆ ਹੈ, ਉਹ ਔਖੀ ਸਵਾਈ ਦਾ ਕਾਰਨ ਬਣ ਜਾਂਦਾ ਹੈ। ਸੋ ਆਪਾਂ ਨੂੰ ਇੱਥੇ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ 2 ਘੰਟੇ ਦੀ ਉਡੀਕ ਕਰ ਲਓ। ਜੇ 2 ਘੰਟਿਆਂ ਦੇ ਵਿੱਚ ਬੱਚਾ ਨਹੀਂ ਬਾਹਰ ਆਉਂਦਾ ਤਾਂ ਮਾਹਰ ਡਾਕਟਰ ਤੋਂ ਬਾਂਹ ਪਾ ਕੇ ਚੈੱਕ ਕਰਾਓ ਕਿ ਬੱਚਾ ਆਪਣੀ ਸਥਿਤੀ ਦੇ ਵਿੱਚ ਹੈ। ਔਖੀ ਸਵਾਈ ਦੇ ਕਈ ਹੋਰ ਕਾਰਨ ਬਹੁਤ ਜ਼ਿਆਦਾ ਨੇ। ਕਈ ਵਾਰੀ ਕਟੜੂ ਆ ਜਿਹੜਾ ਉਹ ਠੀਕ ਬਣਿਆ ਹੀ ਨਹੀਂ ਹੁੰਦਾ, ਜਿਹਨੂੰ ਅਸੀਂ ਮੌਨਸਟਰ ਕਹਿ ਦਿੰਦੇ ਹਾਂ। ਕਿਸੇ ਦੀਆਂ 4 ਲੱਤਾਂ ਹੁੰਦੀਆਂ ਨੇ, ਕਿਸੇ ਦੀਆਂ 6 ਲੱਤਾਂ ਹੁੰਦੀਆਂ ਨੇ, 2 ਸਿਰ ਹੁੰਦੇ ਨੇ। ਸੋ ਉਹ ਪਰ ਜੇ ਡਾਕਟਰ ਬਾਂਹ ਪਾ ਕੇ ਮਾਹਰ ਡਾਕਟਰ ਚੈੱਕ ਕਰੂਗਾ ਤਾਂ ਇਹਦਾ ਇਲਾਜ ਸੰਭਵ ਹੈ, ਪਰ ਸਮੇਂ ਸਿਰ ਇਹਦਾ ਇਲਾਜ ਹੋ ਜਾਣਾ ਚਾਹੀਦਾ ਹੈ। ਦੂਜੀ ਜਿਹੜੀ ਖਾਸ ਸਮੱਸਿਆ ਇਹਨਾਂ 'ਚ ਪਸ਼ੂਆਂ 'ਚ ਸੂਣ ਮੌਕੇ ਆਉਂਦੀ ਉਹ ਹੈਗੀ ਹੈ ਬੱਚੇਦਾਨੀ ਦਾ ਵਲ। ਬੱਚੇਦਾਨੀ ਦਾ ਮਰੋੜ ਕਹਿ ਲਓ, ਵਲ ਕਹਿ ਲਓ, ਬਲੇਮਾ ਕਹਿ ਲਓ, ਜਿਹਨੂੰ ਅਸੀਂ ਯੂਟਰਾਈਨ ਟੋਰਸ਼ਨ ਕਹਿੰਦੇ ਹਾਂ। ਆਪਣੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਇਹ ਆ ਰਹੀ ਹੈ, ਖਾਸ ਕਰਕੇ ਮੱਝਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਆਉਂਦੀ ਹੈ। ਸਾਡੀ ਯੂਨੀਵਰਸਿਟੀ ਦੇ ਵਿੱਚ ਜੇ ਮੈਂ ਕਹਾਂ ਕਿ ਜਿੰਨੇ ਇਹ ਔਖੀ ਸਵਾਈ ਦੇ ਕੇਸ ਆ ਰਹੇ ਨੇ ਮੱਝਾਂ ਦੇ ਵਿੱਚ, ਤਾਂ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਦਾ ਕਾਰਨ ਹੁੰਦਾ ਹੈ ਉਹ ਬੱਚੇਦਾਨੀ ਦਾ ਵਲ ਹੁੰਦਾ ਹੈ। ਬੱਚੇਦਾਨੀ ਦਾ ਵਲ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ ਕਿ ਇਹ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਪਸ਼ੂ ਸ਼ੋਅ ਕਰਦਾ, ਕਿ ਤੁਹਾਨੂੰ ਪਤਾ ਚੱਲ ਸਕਦਾ ਕਿ ਇਹਦੀ ਬੱਚੇਦਾਨੀ ਨੂੰ ਵਲ ਪਿਆ ਹੋ ਸਕਦਾ ਹੈ। ਬੱਚੇਦਾਨੀ ਦਾ ਵਲ ਦਾ ਭਾਵ ਹੈ ਕਿ ਬੱਚੇਦਾਨੀ ਆਪਣੇ ਧੁਰੇ ਦੇ ਦੁਆਲੇ ਘੁੰਮ ਗਈ, ਚਾਹੇ ਖੱਬੇ ਪਾਸੇ ਘੁੰਮ ਗਈ, ਚਾਹੇ ਸੱਜੇ ਪਾਸੇ ਘੁੰਮ ਗਈ। ਉਹ ਕੋਈ ਵੀ ਡਾਕਟਰ ਜਿਹੜਾ ਮਾਹਰ ਹੈ ਆਪਣੀ ਬਾਂਹ ਨਾਲ, ਆਪਣੇ ਹੱਥ ਦੇ ਨਾਲ ਬੱਚੇਦਾਨੀ ਨੂੰ ਅੰਦਰੋਂ ਚੈੱਕ ਕਰਕੇ ਦੱਸ ਸਕਦਾ ਹੈ ਕਿ ਬੱਚੇਦਾਨੀ ਦਾ ਵਾਲ ਹੈ ਜਾਂ ਨਹੀਂ ਹੈ। ਜਿਹੜੀਆਂ ਬੱਚੇਦਾਨੀ ਦਾ ਵਾਲ ਹੈ ਇਹ 'ਚ ਨਿਸ਼ਾਨੀਆਂ ਕੀ ਆਉਂਦੀਆਂ ਨੇ? ਪਸ਼ੂ ਨੇ ਉੱਠਦਾ ਬੈਠਦਾ, ਵਾਰ-ਵਾਰ ਉਹ ਉੱਠੂਗਾ ਬੈਠੂਗਾ, ਆਪਣੇ ਪੇਟ ਵਾਲੇ ਪਾਸੇ, ਢਿੱਡ ਵਾਲੇ ਪਾਸੇ ਲੱਤਾਂ ਮਾਰੂਗਾ ਜਾਂ ਆਪਣੀ ਕੁੱਖ ਵਾਲੇ ਪਾਸੇ ਨੂੰ ਝਾਕੂਗਾ। ਉਹ ਤੋਂ ਪਤਾ ਲੱਗਦਾ ਕਿ ਪਸ਼ੂ ਹੁਣ ਦਰਦ ਮਹਿਸੂਸ ਕਰ ਰਿਹਾ। ਇਹ ਪੈਂਦਾ ਵੀ ਵਾਲ ਉਦੋਂ ਹੀ ਹੈ ਜਦੋਂ ਬਿਲਕੁਲ ਸੂਣ ਦਾ ਸਮਾਂ ਨੇੜੇ ਆਇਆ ਹੁੰਦਾ ਹੈ। ਮਤਲਬ ਪਹਿਲੀ ਸਟੇਜ ਸ਼ੁਰੂ ਹੋ ਗਈ ਹੁੰਦੀ ਹੈ ਬੱਚੇਦਾਨੀ ਦੀ, ਪਰ ਦੂਜੀ ਸਟੇਜ ਜਦੋਂ ਮਟਿਆਂਡੀ ਆਉਣੀ ਸੀ ਉਹ ਮਟਿਆਂਡੀ ਨਹੀਂ ਆਉਂਦੀ, ਕਿਉਂਕਿ ਬੱਚੇਦਾਨੀ ਦਾ ਮੂੰਹ ਹੀ ਬੰਦ ਹੋ ਜਾਂਦਾ, ਮਰੋੜ ਪੈ ਜਾਂਦਾ। ਸੋ ਇਹ ਖਾਸ ਇਹਦੀਆਂ ਨਿਸ਼ਾਨੀਆਂ ਸਮਾਂ ਹੁੰਦਾ, ਪਰ ਇਹ ਪਹਿਲਾਂ ਵੀ ਪੈ ਸਕਦਾ। ਜ਼ਰੂਰੀ ਨਹੀਂ ਹੈ ਕਿ ਇਹ ਸਮੇਂ ਪੂਰੇ 'ਤੇ ਹੀ ਪੈਣਾ। ਕਈ ਵਾਰੀ 7 ਮਹੀਨੇ 'ਤੇ ਹੀ ਪੈ ਜਾਂਦਾ, 8 ਮਹੀਨੇ ਦੇ ਗਰਭਕਾਲ ਦੇ ਵਿੱਚ ਵੀ ਪੈ ਜਾਂਦਾ। ਇਹਦਾ ਇਲਾਜ ਬੜਾ ਸੌਖਾ ਅਤੇ ਸੰਭਵ ਹੈ, ਸਾਡੇ ਕੋਲ ਇਲਾਜ ਉਪਲਬਧ ਹੈ। ਪਰ ਜੇ ਤੁਸੀਂ ਪਹਿਲੇ 24 ਜਾਂ 36 ਘੰਟਿਆਂ ਦੇ ਵਿੱਚ ਹੀ ਆ ਜਾਓ ਤਾਂ ਇਹ ਬਹੁਤ ਹੀ ਵਧੀਆ ਤਰ੍ਹਾਂ ਇਹ ਠੀਕ ਹੋ ਜਾਂਦਾ। ਪਰ ਜੇ ਤੁਸੀਂ ਇਹ ਦੇਰੀ ਕਰ ਦਿਓ ਆਉਣ ਦੇ ਵਿੱਚ, ਇਲਾਜ ਕਰਾਉਣ ਦੇ ਵਿੱਚ, ਤਾਂ ਬੱਚੇਦਾਨੀ ਜਿੱਥੇ ਘੁੰਮੀ ਹੁੰਦੀ ਹੈ ਉੱਥੇ ਹੀ ਜੁੜ ਜਾਂਦੀ ਹੈ, ਬੱਚੇ ਦੀ ਵੀ ਮੌਤ ਹੋ ਜਾਂਦੀ ਹੈ ਅਤੇ ਜਿਹੜਾ ਆਪਣਾ ਪਸ਼ੂ ਹੈ ਉਹ ਵੀ ਅੱਗੇ ਤੋਂ ਗਰਭ ਧਾਰਨ ਕਰਨ ਦੇ ਲਾਇਕ ਨਹੀਂ ਰਹਿੰਦਾ। ਸੋ ਉਸ ਤੋਂ ਅਗਲੀ ਜਿਹੜੀ ਸਮੱਸਿਆ ਆਉਂਦੀ ਹੈ, ਦੇਖੋ ਕਈ ਵਾਰੀ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਪਸ਼ੂ ਜੇਰ ਨਹੀਂ ਸੁੱਟਦਾ। ਹੁਣ ਉਹਦੇ ਕਾਰਨ ਬਹੁਤ ਹੈਗੇ ਨੇ। ਬੁਢਾਪਾ ਵੀ ਹੋ ਸਕਦਾ, ਕਿਸੇ ਤੱਤ ਦੀ ਘਾਟ ਹੋ ਸਕਦੀ ਹੈ, ਕੈਲਸ਼ੀਅਮ ਕਹਿ ਲਓ ਜਾਂ ਕਿਸੇ ਵਿਟਾਮਿਨ ਦੀ ਘਾਟ ਕਹਿ ਲਓ, ਵਿਟਾਮਿਨ ਈ ਕਹਿ ਲਓ, ਜਾਂ ਕਿਸੇ ਰਸਾਇਣ ਜਿਹੜਾ ਆਪਾਂ ਹਾਰਮੋਨ ਕਹਿੰਦੇ ਹਾਂ ਜੋ ਪਸ਼ੂ ਦੇ ਸਰੀਰ 'ਚ ਹੀ ਪੈਦਾ ਹੁੰਦੇ ਨੇ, ਉਹਨਾਂ ਦੀ ਘਾਟ ਹੋ ਸਕਦੀ ਹੈ। ਤਾਂ ਉਹ ਤੁਸੀਂ ਡਾਕਟਰ ਦੀ ਸਲਾਹ ਦੇ ਮੁਤਾਬਕ ਉਹਦਾ ਇਲਾਜ ਕਰ ਸਕਦੇ ਹਾਂ। ਅਤੇ ਜੇ ਜੇਰ ਉਹਨੇ ਨਹੀਂ ਸਿੱਟੀ ਹੈ, ਜਿਵੇਂ ਆਪਾਂ ਕਿਹਾ ਕਿ ਉਹ ਜੇ 8 ਘੰਟੇ ਤੱਕ ਨਹੀਂ ਸਿੱਟੀ ਜਾਂ 12 ਘੰਟੇ ਤੱਕ ਨਹੀਂ ਸਿੱਟੀ, 12 ਘੰਟੇ ਦਾ ਮਤਲਬ ਹੈ ਕਿ ਹੁਣ ਇਹਨੂੰ ਪ੍ਰੋਬਲਮ ਹੈਗੀ ਹੈ, ਤਾਂ ਤੁਸੀਂ ਕਿਸੇ ਮਾਹਰ ਡਾਕਟਰ ਤੋਂ ਇਲਾਜ ਕਰਾ ਲਓ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਉਹ ਹੈਗੀ ਹੈ ਇੱਕ ਹੋਰ ਜਿਹੜੀ ਸੰਕਟ ਕਾਲ ਦੀ ਨਿਸ਼ਾਨੀ ਉਹ ਹੈਗੀ ਬੱਚੇਦਾਨੀ ਦਾ ਭਾਰ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਪਸ਼ੂ ਪਿੱਛਾ ਮਾਰਦਾ।
ਹੁਣ ਦੇਖੋ ਇਹ ਗੱਭਣ ਪਸ਼ੂ ਕਈ ਵਾਰੀ ਸੂਣ ਤੋਂ ਕੁਝ ਸਮਾਂ ਪਹਿਲਾਂ ਵੀ ਮਾਰ ਸਕਦਾ ਕਿਸੇ ਘਾਟ ਕਰਕੇ, ਜਾਂ ਵਿਰਾਸਤੀ ਕਈ ਵਾਰੀ ਉਹ ਜੈਨੇਟਿਕਲੀ ਉਹਦੀ ਮਾਂ ਨੂੰ ਜਾਂ ਉਹਦੀ ਕਿਤੇ ਅੱਗੇ ਪਿਛਲੀਆਂ ਪੁਸ਼ਤਾਂ ਦੇ ਵਿੱਚ ਸੀਗਾ ਤਾਂ ਉਹ ਅੱਗੇ ਜੀਨ ਆ ਜਾਂਦਾ। ਸੋ ਜੇ ਤਾਂ ਵਿਰਾਸਤੀ ਹੈ ਇਹ ਭਾਰ ਪੈਣਾ ਦੀ ਸਮੱਸਿਆ ਤਾਂ ਇਹਦਾ ਕੋਈ ਇਲਾਜ ਸੰਭਵ ਨਹੀਂ ਹੈ। ਸਾਰਾ ਇਲਾਜ ਟੈਂਪਰੇਰੀ ਹੈ, ਕੁਝ ਸਮੇਂ ਲਈ ਆਪਾਂ ਨੂੰ ਠੀਕ ਕਰ ਸਕਦੇ ਹਾਂ, ਪਰ ਹੋ ਸਕਦਾ ਹੈ ਕਿ ਉਹ ਦੁਬਾਰਾ ਹੋ ਜੇ। ਪਰ ਜੇ ਉਹ ਕਿਸੇ ਘਾਟ ਕਰਕੇ ਹੈ ਤਾਂ ਆਪਾਂ ਉਹ ਘਾਟ ਪੂਰੀ ਕਰ ਸਕਦੇ ਹਾਂ। ਪਰ ਸਭ ਤੋਂ ਜਿਹੜੀ ਸੰਕਟ ਕਾਲ ਦੀ ਨਿਸ਼ਾਨੀ ਪੈਂਦੀ ਹੈ ਉਹ ਆਪਾਂ ਨੂੰ ਉਦੋਂ ਪੈਂਦੀ ਹੈ ਜਦੋਂ ਪਸ਼ੂ ਆਪਣਾ ਸੂ ਪੈਂਦਾ, ਸੂਣ ਉਪਰੰਤ ਸਾਰੀ ਬੱਚੇਦਾਨੀ ਉਹਦੀ ਬਾਹਰ ਆ ਜਾਂਦੀ ਹੈ। ਤਾਂ ਕਿਸਾਨ ਵੀਰ ਪਸ਼ੂ ਪਾਲਕ ਬਹੁਤ ਡਰ ਜਾਂਦੇ ਨੇ, ਕਿਉਂਕਿ ਉਹ ਜੇ ਉਦੋਂ ਆਪਾਂ ਅਣਗਹਿਲੀ ਵਰਤ ਗਏ ਤਾਂ ਉਹ ਇੰਨਾ ਨਾਜ਼ੁਕ ਚੀਜ਼ ਹੁੰਦੀ ਹੈ ਬੱਚੇਦਾਨੀ, ਜੋ ਬਾਹਰ ਆਇਆ ਹਿੱਸਾ ਹੁੰਦਾ ਕਿ ਉਹ ਫਟ ਵੀ ਸਕਦੀ ਹੈ ਜੇ ਥੋੜ੍ਹਾ ਬਹੁਤਾ ਵੀ ਆਪਾਂ ਅਣਗਹਿਲੀ ਕਰਤੀ। ਸੋ ਉਹਦੇ 'ਚ ਘਬਰਾਉਣ ਦੀ ਲੋੜ ਨਹੀਂ। ਜੇ ਕਦੇ ਤੁਹਾਨੂੰ ਇਹੋ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਜੇ ਤਾਂ ਮੈਂ ਤੁਹਾਨੂੰ ਇਹੀ ਸੁਝਾਅ ਦਊਂਗਾ ਕਿ ਤੁਸੀਂ ਜੇ ਬੱਚੇਦਾਨੀ ਬਾਹਰ ਆ ਗਈ ਕਿਸੇ ਤਰ੍ਹਾਂ, ਜੇ ਪਸ਼ੂ ਬੈਠਾ ਤਾਂ ਤੁਸੀਂ ਉਹਦਾ ਪਿਛਲਾ ਪਾਸਾ ਥੋੜ੍ਹਾ ਜਿਹਾ ਉੱਚਾ ਰੱਖੋ। ਜੇ ਬੈਠਾ ਪਸ਼ੂ ਤਾਂ ਉਹਦੇ ਪੁੜਿਆਂ ਦੇ ਥੱਲੇ ਕੁਝ ਬੋਰੀ ਤੂੜੀ ਦੀ ਜਾਂ ਰੇਤੇ ਦੀ ਪਾ ਦਿਓ ਤਾਂ ਕਿ ਉਹ ਪਿੱਛੇ ਨੂੰ ਜ਼ੋਰ ਨਾ ਮਾਰ ਸਕੇ। ਜੇ ਕੱਚੇ ਦੇ ਵਿੱਚ ਬੈਠਾ ਤਾਂ ਮੂਹਰਲੀਆਂ ਲੱਤਾਂ ਦੇ ਅੱਗਿਓਂ ਮਿੱਟੀ ਕੱਢ ਦਿਓ ਤਾਂ ਕਿ ਥੋੜ੍ਹਾ ਜਿਹਾ ਨੀਵਾਂ ਹੋ ਜਾਊਗਾ ਅੱਗਿਓਂ ਅਤੇ ਪਿੱਛੇ ਨੂੰ ਜ਼ੋਰ ਘੱਟ ਵੱਜੂਗਾ। ਉਸ ਤੋਂ ਬਾਅਦ ਤੁਸੀਂ ਜੇ ਘਰੇ ਕੋਈ ਕੈਲਸ਼ੀਅਮ ਪਿਆ ਪੀਣ ਵਾਲਾ, ਤੁਹਾਨੂੰ 2 ਗਲਾਸ ਕੈਲਸ਼ੀਅਮ ਦੇ ਪਿਲਾ ਦਿਓ। ਠੰਡਾ ਪਾਣੀ ਆਪਣੇ ਕੋਲ ਹੁੰਦਾ, ਤੁਸੀਂ ਠੰਡਾ ਪਾਣੀ ਉਸ ਜਿਹੜਾ ਹਿੱਸਾ ਬਾਹਰ ਆਇਆ ਉਹਦੇ ਉੱਤੇ ਪਾਓ, ਠੰਡਾ ਪਾਣੀ ਪਾਓ, ਬਰਫ਼ ਪਾ ਸਕਦੇ ਹਾਂ ਆਪਾਂ। ਉਸ ਪਿਛਲੇ ਪਾਸੇ ਬਾਹਰ ਆਏ ਹਿੱਸੇ ਨੂੰ ਤੁਸੀਂ ਉੱਪਰ ਨੂੰ ਚੱਕ ਕੇ ਰੱਖੋ, ਉਹਦੀ ਸੂਹ ਤੋਂ ਉਹ ਉੱਪਰ ਨੂੰ ਚੱਕਿਆ ਜਾਵੇ। ਉਹ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿਉਂਕਿ ਕਈ ਵਾਰੀ ਉਹ ਹਿੱਸੇ ਦੇ ਵਿੱਚ ਬੱਚੇਦਾਨੀ ਦੇ ਵਿੱਚ ਜਿਹੜਾ ਪਿਸ਼ਾਬ ਹੈਗਾ, ਪਿਸ਼ਾਬ ਦਾ ਬਲੈਡਰ ਹੈ, ਉਹ ਵੀ ਬਾਹਰ ਆ ਜਾਂਦਾ। ਜਦੋਂ ਉਹ ਵੀ ਬਾਹਰ ਆ ਜਾਂਦਾ ਤਾਂ ਜਿਹੜਾ ਪਿਸ਼ਾਬ ਦਾ ਜਿਹੜਾ ਹੈਗਾ ਨਿਕਾਸ ਹੈ ਉਹ ਬੰਦ ਹੋ ਜਾਂਦਾ, ਉਹ ਬਲੈਡਰ ਫੁੱਲ ਜਾਂਦਾ ਅੰਦਰ ਜਿਹੜਾ ਪਖਾਨਾ ਹੈਗਾ। ਸੋ ਇਸ ਕਰਕੇ ਜਦੋਂ ਆਪਾਂ ਉਹਨੂੰ ਉੱਪਰ ਨੂੰ ਚੱਕਦੇ ਹਾਂ ਤਾਂ ਉਹ ਜਿਹੜਾ ਹੈਗਾ ਵਲ ਨਿਕਲ ਜਾਂਦਾ ਅਤੇ ਪਸ਼ੂ ਪਿਸ਼ਾਬ ਕਰ ਲੈਂਦਾ। ਜਦੋਂ ਪਿਸ਼ਾਬ ਕਰ ਲੂਗਾ ਤਾਂ ਸਾਈਜ਼ ਛੋਟਾ ਹੋ ਜਾਊਗਾ। ਸੋ ਇੰਨਾ ਕੁ ਕੰਮ ਤੁਸੀਂ ਆਪਣੇ ਲੈਵਲ 'ਤੇ ਕਰ ਸਕਦੇ ਹੋ, ਬਾਕੀ ਕੰਮ ਡਾਕਟਰ ਨੇ ਕਰਨਾ ਹੁੰਦਾ। ਉਹਨੂੰ ਬੁਲਾਓਗੇ ਤੁਸੀਂ ਕਿ ਉਹਨੇ ਆਪਣੀਆਂ ਹਥੇਲੀਆਂ ਦੇ ਨਾਲ ਜ਼ੋਰ ਲਾ ਕੇ ਉਹਨੂੰ ਆਪਣੀ ਸਥਿਤੀ ਦੇ ਵਿੱਚ ਪਾ ਦੇਣਾ ਬੱਚੇਦਾਨੀ ਨੂੰ। ਮੈਂ ਇੱਕ ਹੋਰ ਤੁਹਾਨੂੰ ਸੁਝਾਅ ਦੇਣਾ ਚਾਹੂੰਗਾ, ਜਦੋਂ ਆਪਣਾ ਪਸ਼ੂ ਨੋਰਮਲ ਹੋ ਗਿਆ, ਚਾਹੇ ਉਹ ਸਧਾਰਨ ਸਵਾਈ ਸੀ ਚਾਹੇ ਔਖੀ ਸਵਾਈ ਹੋਈ ਹੈ, ਫਿਰ ਤਾਂ ਜ਼ਰੂਰ ਹੀ ਤੁਸੀਂ ਉਹਨੂੰ ਸੂਣ ਤੋਂ 30-40 ਦਿਨਾਂ ਬਾਅਦ ਇੱਕ ਵਾਰੀ ਡਾਕਟਰ ਤੋਂ, ਮਾਹਰ ਡਾਕਟਰ ਤੋਂ ਬਾਂਹ ਪਾ ਕੇ ਚੈੱਕ ਕਰਾਓ ਕਿ ਉਹਦੀ ਕੀ ਬੱਚੇਦਾਨੀ ਆਪਣੀ ਪੁਰਾਣੀ ਸਥਿਤੀ ਦੇ ਵਿੱਚ ਮੁੜਿਆ ਜੀ। ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਆਮ ਜਿਹੜੀ ਬੱਚੇਦਾਨੀ ਹੈ ਉਹਨੂੰ ਵਾਪਸ ਆਉਣ ਲਈ, ਆਪਣੀ ਪੁਰਾਣੀ ਸਥਿਤੀ 'ਚ ਆਉਣ ਲਈ 30 ਤੋਂ 40 ਦਿਨ ਲੱਗ ਜਾਂਦੇ ਨੇ। ਜੇ ਉਹ ਪੁਰਾਣੀ ਸਥਿਤੀ 'ਚ ਨਹੀਂ ਆਊਗਾ ਤਾਂ ਪਸ਼ੂ ਆਪਣਾ ਅੱਗੇ ਤੋਂ ਹੀਟ 'ਚ ਨਹੀਂ ਆਊਗਾ, ਹੀਟ 'ਚ ਨਹੀਂ ਆਊਗਾ ਤਾਂ ਆਪਣਾ ਅਗਲਾ ਸੂਆ ਹੋਰ ਅੱਗੇ ਚੱਲ ਜੂਗਾ, ਆਪਣਾ ਨੁਕਸਾਨ ਹੋ ਜੂਗਾ।